हाँ जी प्यारे साथियों, सत श्री अकाल सारिਆਂ ਨੂੰ। ਤੇ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਆ ਗਿਆ ਸੰਡੇ ਤੇ ਸੰਡੇ ਨੂੰ ਹੁੰਦੀ ਆ ਆਪਣੀ ਐਸਐਸਟੀ ਪੈਡਾਗੋਜੀ। ਆਈ ਥਿੰਕ ਸੰਡੇ 4 ਆਪਣੇ ਕਵਰ ਹੋ ਚੁੱਕੀ ਆ। ਸੰਡੇ 5 ਤੇ ਆਪਾਂ ਪਹੁੰਚ ਚੁੱਕੇ ਆ। ਠੀਕ ਆ, ਹਰ ਸੰਡੇ ਮਤਲਬ ਸੰਡੇ ਪੈਡਾਗੋਜੀ ਸਪੈਸ਼ਲ। ਠੀਕ ਆ, ਅੱਜ ਦੀ ਜਿਹੜੀ ਸਾਡੀ ਐਸਐਸਟੀ ਪੈਡਾਗੋਜੀ ਜਿਹੜੀ ਹੈਗੀ ਆ ਸੰਡੇ 5 ਆ। ਠੀਕ ਆ, ਤੇ ਇਹ ਜਿਹੜੀ ਵੀ ਪੈਡਾਗੋਜੀ ਮੈਂ ਕਰਵਾ ਰਹੀ ਹਾਂ ਉਹਦੀ PDF ਜਿਹੜੀ ਆ ਮੈਂ ਟੈਲੀਗ੍ਰਾਮ ਤੇ ਭੇਜ ਰਹੀ ਹਾਂ। ਠੀਕ ਆ, ਤੇ ਜਿੰਨਾ ਬੱਚੇ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਜਰੂਰ ਜੁਆਇਨ ਕਰ ਲਓ। ਠੀਕ ਆ, ਅੱਜ ਦੀ SST ਪੈਡਾਗੋਜੀ ਦੇ ਵਿੱਚ ਜਿਹੜੇ ਮੈਂ ਕੁਐਸਚਨ ਕਰਵਾਉਣ ਜਾ ਰਹੀ ਹਾਂ, ਮੈਂ ਥਿਊਰੀ ਵੀ ਕਰਵਾ ਰਹੀ ਹਾਂ, ਥਿਊਰੀ ਦੇ ਨਾਲ ਮਿਕਸ ਚੱਲ ਰਿਹਾ ਸਾਰਾ ਕੁਝ, ਥਿਊਰੀ ਵੀ ਤੇ MCQ ਵੀ। ਤੇ ਇਹ ਚੀਜ਼ ਪੱਕੀ ਆ ਕਿ ਇਹਦੇ ਵਿੱਚ ਜੋ ਕੰਟੈਂਟ ਮੈਂ ਕਰਵਾ ਰਹੀ ਹਾਂ SST ਪੈਡਾਗੋਜੀ ਦਾ, ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਆਉਣੇ ਹੀ ਆਉਣੇ, ਕਿਉਂਕਿ ਸਿਲੈਕਟਡ ਕੁਐਸਚਨ ਆ। ਠੀਕ ਆ, ਵੇਖੋ ਪਹਿਲਾ ਕੁਐਸਚਨ ਆ ਸਾਡੇ ਕੋਲ, ਕਹਿੰਦੇ ਸਮਾਜਿਕ ਵਿਗਿਆਨ ਦੇ ਅਧਿਆਪਨ ਵਿੱਚ ਚਿੱਤਰ ਬੋਰਡ ਦਾ ਪ੍ਰਯੋਗ ਮਹੱਤਵਪੂਰਨ ਹੋਣ ਦਾ ਕਾਰਨ ਕੀ ਹੈ। ਮਤਲਬ ਚਿੱਤਰ ਕਹਿਣ ਦੀ ਕੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਸਾਡੀ SST ਦੀ ਬੁੱਕ ਦੇ ਵਿੱਚ, ਜਿਹੜੀਆਂ ਸਾਡੀਆਂ SST ਕਿਤਾਬ ਦੇ ਵਿੱਚ ਜਿਹੜੀਆਂ ਆ ਪਿਕਚਰ ਦਿੱਤੀਆਂ ਹੁੰਦੀਆਂ ਵਾ, ਠੀਕ ਆ, ਆ ਜਿਹੜੀਆਂ ਪਿਕਚਰ ਦਿੱਤੀਆਂ ਹੁੰਦੀਆਂ ਵਾ, ਇਹ ਕਿਉਂ ਦਿੱਤੀਆਂ ਜਾਂਦੀਆਂ ਕਿਤਾਬਾਂ ਦੇ ਵਿੱਚ? ਇਹ ਜਿਹੜੀਆਂ ਫੋਟੋਆਂ ਵਾ ਇਹ ਕਿਉਂ ਦਿੱਤੀਆਂ ਜਾਂਦੀਆਂ? ਪਹਿਲਾਂ ਇਹ ਕਹਿੰਦੇ ਆ ਇੱਕ ਪੱਖੀ ਸੂਚਨਾ ਪ੍ਰਦਾਨ ਕਰਨਾ। ਨਹੀਂ, ਇਹ ਆਪਸ਼ਨ ਬਿਲਕੁਲ ਗਲਤ ਆ। ਕਹਿੰਦੇ ਦਿੱਤੇ ਗਏ ਬਿਰਤਾਂਤ ਦੀ ਚਰਚਾ ਨੂੰ ਪ੍ਰੋਤਸਾਹਿਤ ਕਰਨਾ। ਹੋਲਡ ਰੱਖ ਲੈਨੇ ਵਾਲੀ ਆਪਸ਼ਨ ਨੂੰ ਆਪਾਂ। ਫਿਰ ਕਹਿੰਦੇ ਆ ਘਟਨਾਵਾਂ ਦਾ ਵਰਣਨ ਕਰਨਾ। ਮਤਲਬ ਇਹ ਚੀਜ਼ ਨਹੀਂ ਹੋ ਸਕਦੀ ਵੀ ਜੇ ਪਾਠ ਪੁਸਤਕ ਦੇ ਵਿੱਚ ਕੋਈ ਫੋਟੋ ਦਿੱਤੀ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਕੋਈ ਇੱਕ ਪੱਖੀ ਸੂਚਨਾ ਦੇ ਰਹੀ ਆ। ਇਹ ਵੀ ਚੀਜ਼ ਗਲਤ ਆ। ਘਟਨਾਵਾਂ ਦਾ ਵਰਣਨ ਕਰਨਾ ਮਤਲਬ ਕਿਸ ਪਿਕਚਰ ਇਸ ਕਰਕੇ ਵੀ ਨਹੀਂ ਹੁੰਦੀਆਂ ਵੀ ਉਹ ਘਟਨਾਵਾਂ ਦਾ ਵਰਣਨ ਕਰ ਰਹੀਆਂ। ਅਗਲੀ ਆਪਸ਼ਨ ਆ ਪਾਠ ਪੁਸਤਕਾਂ ਨੂੰ ਆਕਰਸ਼ਕ ਬਣਾਉਣਾ। ਕੀ ਪਾਠ ਪੁਸਤਕ ਦੇ ਵਿੱਚ ਜਿਹੜੀਆਂ ਆਪਾਂ ਨੂੰ ਪਿਕਚਰ ਦਿੱਤੀਆਂ ਜਾਂਦੀਆਂ ਵਾ, ਕੀ ਉਹ ਪਾਠ ਪੁਸਤਕ ਨੂੰ ਆਕਰਸ਼ਕ ਬਣਾਉਣ ਲਈ ਜਿਹੜੀਆਂ ਦਿੱਤੀਆਂ ਜਾਂਦੀਆਂ? ਨਹੀਂ। ਸੋ ਸਾਡੇ ਕੋਲ ਇੱਕੋ ਜਿਹੜੀ ਆ ਜ਼ਿਆਦਾ ਘੈਂਟ ਆਪਸ਼ਨ ਇਹਦੇ ਵਿੱਚੋਂ ਕਿਹੜੀ ਬਣ ਰਹੀ ਆ? ਦਿੱਤੇ ਗਏ ਬਿਰਤਾਂਤ ਦੀ ਚਰਚਾ ਨੂੰ ਪ੍ਰੋਤਸਾਹਿਤ ਕਰਨਾ। ਬਿਰਤਾਂਤ ਮਤਲਬ ਜੋ ਵੀ ਵਿਸ਼ਾ ਵਾ, ਕਿਸੇ ਵੀ ਚੈਪਟਰ ਦਾ ਜੋ ਵੀ ਵਿਸ਼ਾ ਵਾ, ਉਹ ਜਿਹੜਾ ਵਿਸ਼ਾ ਦਿੱਤਾ ਗਿਆ ਵਾ ਉਹਦੇ ਵਿੱਚ ਜੋ ਬਿਰਤਾਂਤ ਦਿੱਤਾ ਗਿਆ ਵਾ, ਉਹਦੇ ਵਿੱਚ ਕੀ ਚਰਚਾ ਚੱਲ ਰਹੀ ਆ, ਕਿਹਦੇ ਇਰਦ ਗਿਰਦ ਉਹ ਵਿਸ਼ਾ ਜਿਹੜਾ ਘੁੰਮਦਾ ਵਾ, ਉਸ ਚੀਜ਼ ਨੂੰ ਹੋਰ ਪ੍ਰੋਤਸਾਹਿਤ ਕਰ ਸਕੇ, ਮਤਲਬ ਮੋਟੀਵੇਟ ਕਰ ਸਕੇ ਹੋਰ ਉਸ ਚੀਜ਼ ਨੂੰ। ਸੋ ਦੂਜੀ ਆਪਸ਼ਨ ਇਹਦੀ ਬਿਲਕੁਲ ਸਹੀ ਆ। ਤੇ ਇਹ ਜਿਹੜਾ ਕੁਐਸਚਨ ਆ 2015 ਸੀਟੈਟ ਦੀ ਪੈਡਾਗੋਜੀ ਦੇ ਵਿੱਚ ਆਇਆ ਸੀ, ਸਤੰਬਰ ਵਾਲੇ ਪੇਪਰ ਦੇ ਵਿੱਚ। ਸੋ ਮੈਂ ਬਿਲਕੁਲ ਹੀ ਸਿਲੈਕਟਡ ਕੁਐਸਚਨ ਕਰਵਾ ਰਹੀ ਹਾਂ, ਕਿਉਂਕਿ ਮੈਂ ਪਹਿਲਾਂ ਵੀ ਬੜੀਆਂ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਕਿ PY ਜ਼ਰੂਰ ਕਰਕੇ ਜਾਓ। ਬਹੁਤੇ ਬੱਚੇ ਸੀਟੈਟ ਤੇ PSTET ਦੇ ਵਿੱਚ ਫਰਕ ਹੀ ਨਹੀਂ ਸਮਝ ਰਹੇ। ਮੈਂ ਉਹਨਾਂ ਨੂੰ ਬੜੀ ਵਾਰੀ ਕਹਿ ਚੁੱਕੀ ਹਾਂ ਵੀ ਪੰਜਾਬੀ ਸਿਲੇਬਸ ਸੇਮ ਆ, SST ਸਿਲੇਬਸ ਸੇਮ ਆ, ਇੰਗਲਿਸ਼ ਸਿਲੇਬਸ ਸੇਮ ਆ, SST ਪੈਡਾਗੋਜੀ ਵੀ ਸੇਮ ਆ। ਠੀਕ ਹੈ, PY ਜਿਹੜਾ PYQ ਅਸੀਂ SST ਪੈਡਾਗੋਜੀ ਦਾ ਕਰਨਾ ਵਾ। ਇੱਕ ਚੀਜ਼ ਧਿਆਨ ਦੇ ਵਿੱਚ ਰੱਖਿਓ, ਮਿਕਸ ਚੱਲ ਰਿਹਾ SST ਪੈਡਾਗੋਜੀ ਦਾ, ਕਿਉਂਕਿ ਮੈਂ ਥਿਊਰੀ ਵੀ ਕਰਵਾ ਰਹੀ ਹਾਂ ਤੇ ਨਾਲ ਦੀ ਨਾਲ ਮੈਂ PYQ ਵੀ ਕਰੀ ਜਾਂਦੀ ਆ। ਸੀਟੈਟ 'ਚ ਆਈ ਸਾਰੀ ਪੈਡਾਗੋਜੀ ਕਰ ਲੈਣੀ ਆ, PSTET ਦੇ ਵਿੱਚ ਪੁੱਛੀ ਗਈ ਸਾਰੀ ਪੈਡਾਗੋਜੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਕਵਰ ਕਰ ਲੈਣੀ। ਠੀਕ ਹੈ, ਸੋ ਇਹ ਕੁਐਸਚਨ ਜਿਹੜਾ ਬਿਲਕੁਲ ਆਇਆ ਹੋਇਆ ਵਾ। ਤੇ B ਆਪਸ਼ਨ ਜਿਹੜੀ ਸੀ ਇਹਨਾਂ ਨੇ ਸਾਨੂੰ ਰਾਈਟ ਦਿੱਤੀ ਸੀ ਆਫੀਸ਼ੀਅਲ ਆਨਸਰ ਕੀ ਦੇ ਵਿੱਚ, ਤੇ ਬਿਲਕੁਲ ਇਹ ਆਪਸ਼ਨ ਜਿਹੜੀ ਆ ਰਾਈਟ ਵੀ ਸੀ। ਹੁਣ ਆਪਾਂ ਜਾਣੇ ਆ ਅਗਲੇ ਕੁਐਸਚਨ ਤੇ। ਗਿਆਨ ਅਤੇ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਸੰਕਲਪਨਿਕ ਸਾਧਨਾ ਵਿੱਚ ਸਮਾਂ ਰੇਖਾ, ਸਾਰ ਅੰਸ਼, ਡੈਸ਼ ਅਤੇ ਡੈਸ਼ ਸ਼ਾਮਿਲ ਹੈ। ਯਾਨੀ ਕਿ ਗਿਆਨ ਅਤੇ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਜਿਹੜੇ ਸੰਕਲਪਨਿਕ ਸਾਧਨ ਆ SST ਪੈਡਾਗੋਜੀ ਦੇ ਵਿੱਚ, ਜਿਨ੍ਹਾਂ ਦਾ ਸਾਨੂੰ ਸੀਕੁਐਂਸ ਵੀ ਪੁੱਛਿਆ ਜਾਂਦਾ ਵਾ। ਪਹਿਲੇ ਨੰਬਰ ਤੇ ਸਮਾਂ ਰੇਖਾ ਆ, ਸਮਾਂ ਰੇਖਾ, ਠੀਕ ਆ। ਦੂਜੇ ਨੰਬਰ ਤੇ ਸਾਰੰਸ਼ ਆ, ਠੀਕ ਆ। ਤੇ ਆਪਾਂ ਲੱਭਣੀ ਆ ਤੀਜੀ ਤੇ ਚੌਥੀ, ਯਾਨੀ ਕਿ ਆਪਾਂ ਸੀਕੁਐਂਸ ਤਿਆਰ ਕਰਨਾ। ਪਹਿਲਾ ਸਮਾਂ ਰੇਖਾ, ਦੂਜਾ ਸਾਰੰਸ਼ ਆ, ਤੇ ਚੌਥਾ ਜਿਹੜਾ ਵਾ ਤੀਜਾ ਤੇ ਚੌਥਾ ਜਿਹੜਾ ਆਪਾਂ ਲੱਭਣਾ। ਠੀਕ ਆ, ਇਹਦੇ ਵਿੱਚ ਕੀ ਕਹਿੰਦੇ ਆ? ਪਹਿਲਾ ਕਹਿੰਦੇ ਆ ਅਧਿਆਪਨ, ਪ੍ਰਤੀਰੂਪਣ ਅਤੇ ਦੰਡ ਆਰੇਖ। ਠੀਕ ਆ, ਹੋਲਡ ਕਰ ਦਿੰਨੇ ਆ। ਸਮਰਪਣ, ਸੰਕੇਤ ਅਤੇ ਸਮੀਖਿਆ ਪ੍ਰਸ਼ਨ। ਠੀਕ ਆ,
मतलब प्रश्नां दा इहदे विच कोई ताल्लुक नहीं हैगा समा रेखा दे विच। सूचना, मानचित्र अते अवधारणा, ठीक है। फिर अगे कहते हैं सॉफ्टवेयर अते प्रश्न बैंक, ठीक है। पर जिहड़ी राइट ऑप्शन ऑफिशियल आंसर की दे विच इन्हां ने सानू दित्ती सी, वो दित्ती सी पहली अध्यापन, प्रतिरूपण अते दंड आरेख, यानी कि तीजे नंबर ते साडा आ जाऊगा अध्यापन, प्रतिरूपण ते चौथे नंबर ते साडा आ जाऊगा दंड आरेख। ਇਹਦਾ ਤੁਸੀਂ सीक्वेंस भी जरूर याद रखियो, ਕਿਸੇ ਵੇਲੇ ਸਾਨੂੰ मैचिंग करने भी आ सकते हैं, क्योंकि हो सकता इसे ही क्वेश्चन बदल के किसी होर तरीके दे नाल पा देण। पहले नंबर ते समा सारनी, टाइम चार्ट, इदां दे क्वेश्चन सानू बहुत आउंदे SST पैडागोजी दे विच। सो ये क्वेश्चन सिलेक्टेड ने, बिल्कुल पूछे गए ने। यही क्वेश्चन सीटेट 2015 के सितंबर वाले पेपर दे विच जिहड़ा पूछा गया वा, समा रेखा, सारंश, अध्यापन, प्रतिरूपण, दंड आरेख, ये जिहड़े इहदे ने सही इहदा सीक्वेंस जिहड़ा वा बनदा वा। सो इस चीज नूं तुसीं ध्यान दे विच रखियो। नैक्सट क्वेश्चन है समाजिक विज्ञान की समझदारी नूं, समाजिक विज्ञान की समझदारी, ठीक है, समझदारी नहीं, समाजिक विज्ञान की समस्या, ठीक है। समस्या की समझदारी आऊगा, क्वेश्चन गलत हो गया, माफ करियो। समाजिक विज्ञान दी समाजिक विज्ञान समस्या की समझदारी, मतलब कहने का मतलब ये आ कि जेकर असी SST टीच कर रहे हैं, SST टीचिंग के दौरान जेकर कोई भी समस्या आउंदी आ बच्चों नूं, टीचर नूं, टीचिंग के रिगार्डिंग कोई प्रॉब्लम आउंदी आ, ते हेठां लिखियां विचों किहड़ा सब तो जिहड़ा वा उचित आ। मतलब जे कोई मान लो भी टीचर कोई जिहड़ा वा कोई विशा पढ़ा रहा है ना, कोई जियोग्राफी का विशा हो सकता वा, हिस्टरी का हो सकता वा, पोल साइंस का हो सकता वा, जेकर वो कोई टॉपिक पढ़ा रहा तो कोई प्रॉब्लम आ रही है, मतलब बच्चा सीख नहीं पा रहा, ਇਹਦਾ मतलब है भी टीचर चल चित्र वरतन लग जूगा कि इदा बच्चे की समस्या दूर हो जूगी, कि चित्रलेख दे दिता जाऊगा भी तू बच्चे नूं यह कह दिता जाऊगा भी तू चित्रलेख दे राही पढ़ ला, कि भूमिका निर्वाह किया जाऊगा। इको ऑप्शन सही बनती है, साडी केस स्टडी की जाऊगी। उस केस स्टडी दे राही बच्चे नूं समस्या क्यों आ रही है, किन्ना कारणा करके आ रही है, किवें उहनूं हल किया जा सकदा वा, ओहदा आंसर साडा केस स्टडी ही आऊगा। एक चीज हमेशा ध्यान दे रखियो, विच हमेशा ही जदों भी SST टीचिंग दे दौरान, SST दे तुसीं टीचर हो, SST टीचिंग दे दौरान जेकर किसी समस्या की गल हो रही आ, टीचिंग लर्निंग दे नाल, SST टीचिंग लर्निंग दे नाल जेकर कोई समस्या की गल हो रही, बच्चे पढ़ नहीं पा रहे, जिथे समस्या की गल आ गई तो जे ऑप्शन दे विच केस स्टडी ऑप्शन पई आ ते अखां बंद करके केस स्टडी ऑप्शन टिक ला दिओ, तुहाडा आंसर बिल्कुल सही जाऊगा। सो केस स्टडी करनी आ, कदी भी भाषा, कोई भी भाषा का टीचर आ, कोई पंजाबी का टीचर आ, इंग्लिश का टीचर आ, उत्थे केस स्टडी जिहड़ी आ उत्थे नहीं अप्लाई हो सकती। केस स्टडी SST दी समस्यावां दे नाल जिहड़ी आ लागू हो सकती है। मैं तुहानूं समझाउण दी कोशिश करदी हां, इधर देखो केस स्टडी ते एक तुसीं पढ़दे आए हो डायग्नोस्टिक टेस्ट, है ना, डायग्नोस्टिक टेस्ट। इस तो बाद एक असीं पढ़िया रेमेडियल टीचिंग, समझण दी कोशिश करियो। डायग्नोस्टिक ते रेमेडियल जिहड़े दो शब्द आ, इन्हां दा संबंध भाषा दे नाल, भाषा मतलब बच्चे नूं कोई भी लैंगुएज सीखण दे विच प्रॉब्लम आ रही आ, डायग्नोस्टिक टेस्ट मतलब बच्चे का डायग्नोस्टिक टेस्ट लिया जाऊगा, जिहदे विच उहदियां लैंगुएज दे प्रति समस्यावां दा पता लगाया जाऊगा, ते जो समस्या पता लग गई डायग्नोस्टिक टेस्ट के राही, उस तो बाद उन्होंने रेमेडियल टीचिंग के राही उहदियां समस्यावां नूं दूर किया जाऊगा। सो आ जिहड़े दो शब्द आ ये साडे लैंगुएज दे विच अप्लाई हुंदे आ, पर जदों असीं SST टीचिंग की गल करदे आ तां उत्थे साडा डायग्नोस्टिक ते रेमेडियल टीचिंग कोई काम नहीं करता, उत्थे साडी काम करदी आ केस स्टडी। इस करके अपने दिमाग दे विच फिट बना के रख लो भी SST टीचिंग दे विच सानू कोई भी जेकर प्रॉब्लम आ गई
ਹਨਾ, ਮਤਲਬ ਬੱਚੇ ਨੂੰ ਸਿੱਖਣ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਉੱਥੇ ਅਸੀਂ ਜਿਹੜਾ ਕੇਸ ਸਟੱਡੀ ਆ ਉੱਥੇ ਅਸੀਂ ਚੁੱਪ ਕਰਕੇ ਉਹ ਆਪਸ਼ਨ ਜਿਹੜਾ ਵਾ ਲਾ ਦੇਣਾ ਵਾ। ਗੱਲ ਕਲੀਅਰ? ਅੱਗੇ ਆ ਜਾਂਦਾ ਵਾ, ਦੇਖੋ ਜਦੋਂ ਤੁਸੀਂ ਵਿਦਿਆਰਥੀ ਨੂੰ ਇਤਿਹਾਸਿਕ ਸਮਾਰਕ ਦਿਖਾਉਂਦੇ ਹੋ ਤਾਂ ਤੁਸੀਂ ਕਿਹੜੇ ਸਰੋਤ ਰਾਹੀਂ ਸਿੱਖਣ ਲਈ ਪ੍ਰੇਰਿਤ ਕਰੋਗੇ? ਜਿਨ੍ਹਾਂ ਬੱਚਿਆਂ ਨੇ ਮੇਰੀਆਂ ਪਹਿਲੀਆਂ SST ਪੈਡਾਗੋਜੀ ਦੀਆਂ ਕਲਾਸਾਂ ਲਾਈਆਂ ਵਾ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਟੌਪਿਕ ਇਸ ਵਾਲੇ ਕੁਐਸਚਨ ਦੀ ਥਿਊਰੀ ਮੈਂ ਸਾਰੀ ਕਰਵਾ ਚੁੱਕੀ ਬਹੁਤ ਹੀ ਬਰੀਕੀ ਦੇ ਨਾਲ। ਯਾਦ ਰੱਖੋ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਰੋਤ, ਠੀਕ ਆ, SST ਦੇ ਵਿੱਚ ਜਿਹੜੇ ਸਾਡੇ ਸਿੱਖਣ ਸਰੋਤ ਆਉਂਦੇ ਆ ਪੈਡਾਗੋਜੀ ਦੇ ਵਿੱਚ, ਇੱਕ ਮੈਂ ਤੁਹਾਨੂੰ ਕਰਵਾਏ ਸੀ ਪ੍ਰਾਥਮਿਕ ਸਰੋਤ ਤੇ ਇੱਕ ਮੈਂ ਤੁਹਾਨੂੰ ਪ੍ਰਾਥਮਿਕ ਸਰੋਤ ਦਾ ਮਤਲਬ ਕੀ ਵੀ ਜਿਹੜੇ ਸਾਡੇ ਕੀ ਹੁੰਦੇ ਨੇ, ਸਾਡੇ ਪ੍ਰਾਇਮਰੀ ਸਰੋਤ ਜਿਹੜੇ ਹੁੰਦੇ ਨੇ, ਠੀਕ ਆ, ਤੇ ਇੱਕ ਮੈਂ ਤੁਹਾਨੂੰ ਕਰਵਾਏ ਸੀਗੇ ਸੈਕੰਡਰੀ ਸਰੋਤ, ਠੀਕ ਆ। ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਡਾ ਪ੍ਰਾਥਮਿਕ ਸਰੋਤ ਆ, ਸਮਾਰਕ, ਸਤੰਭ, ਇਤਿਹਾਸਕ ਬਿਲਡਿੰਗਾਂ, ਉਹ ਸਾਰੀਆਂ ਕਿਹਦੇ ਵਿੱਚ ਆਉਣਗੀਆਂ? ਪ੍ਰਾਥਮਿਕ ਸਰੋਤ ਦੇ ਵਿੱਚ ਆਉਣਗੀਆਂ। ਪਰ ਮੈਂ ਨਾਲ ਤੁਹਾਨੂੰ ਇਹ ਦੱਸਿਆ ਸੀ ਕਿ ਮੰਨ ਲਓ ਜਿਹੜੀਆਂ ਸਾਡੀਆਂ ਇਤਿਹਾਸਕ ਬਿਲਡਿੰਗਾਂ ਜਿਵੇਂ ਕਿ ਤਾਜ ਮਹਿਲ ਆ, ਲਾਲ ਕਿਲਾ ਵਾ, ਹੁਣ ਉਹਦੇ ਤੋਂ ਕੋਈ ਉਹਦਾ ਇਤਿਹਾਸ ਲਿਖਦਾ ਮਤਲਬ ਕਿ ਰਿਟਨ ਫਾਰਮ ਦੇ ਵਿੱਚ ਸਾਡੇ ਕੋਲ ਉਹਦਾ ਇਤਿਹਾਸ ਆ ਗਿਆ, ਕੋਈ ਪੁਸਤਕ ਛਪ ਗਈ ਤੇ ਉਹ ਪ੍ਰਾਥਮਿਕ ਸਰੋਤ ਦੇ ਅੰਡਰ ਨਹੀਂ ਆਊਗੀ, ਉਹ ਕਿੱਥੇ ਆ ਜੂਗੀ? ਉਹ ਇੱਥੇ ਐਡ ਹੋ ਜੂਗੀ ਸੈਕੰਡਰੀ ਸਰੋਤ ਦੇ ਵਿੱਚ। ਮਤਲਬ ਕਿ ਜਿਹੜੀ ਮੂਲ ਚੀਜ਼ ਆ ਉਹ ਕਿਹਦੇ ਵਿੱਚ ਆ ਜੂਗੀ? ਪ੍ਰਾਥਮਿਕ ਸਰੋਤ ਦੇ ਵਿੱਚ। ਤੇ ਉਸ ਮੂਲ ਚੀਜ਼ ਦਾ ਜਿਹੜਾ ਲਿਖਤੀ ਰੂਪ ਆ ਉਹ ਕਿਹਦੇ ਵਿੱਚ ਆ ਜੂਗਾ? ਉਹ ਸੈਕੰਡਰੀ ਸਰੋਤ ਦੇ ਵਿੱਚ ਆ ਜੂਗਾ। ਇਹ ਚੀਜ਼ ਮੈਂ ਤੁਹਾਨੂੰ ਕਰਵਾ ਚੁੱਕੀ ਸੀ। ਹੁਣ ਵੇਖੋ ਇੱਥੇ ਸਾਨੂੰ ਕੀ ਕਹਿ ਰਹੇ ਆ, ਜਦੋਂ ਤੁਸੀਂ ਵਿਦਿਆਰਥੀ ਨੂੰ ਇਤਿਹਾਸਕ ਸਮਾਰਕ ਦਿਖਾਉਂਦੇ ਹੋ ਤਾਂ ਤੁਸੀਂ ਕਿਹੜੇ ਸਰੋਤ ਰਾਹੀਂ ਸਿੱਖਣ ਲਈ ਵਰਤੋਂ ਕਰੋਗੇ? ਇਤਿਹਾਸਕ ਸਮਾਰਕ ਦੀ ਗੱਲ ਆ ਗਈ, ਤੇ ਜਦੋਂ ਸਮਾਰਕ ਦੀ ਗੱਲ ਆ ਗਈ ਤੇ ਉਦੋਂ ਸਾਡਾ ਆਨਸਰ ਕੀ ਆ ਗਿਆ? ਪ੍ਰਾਥਮਿਕ ਸਰੋਤ। ਤੇ ਇਹਦੇ ਵਿੱਚੋਂ ਤੁਹਾਨੂੰ ਇੱਕ ਅੱਧਾ ਕੁਐਸਚਨ ਆਉਣਾ ਹੀ ਆਉਣਾ, PSTET ਵਾਲਿਓ, ਆਉਣਾ ਹੀ ਆਉਣਾ। ਤੇ ਮੈਨੂੰ ਪਤਾ ਜਿਹੜੇ ਬੱਚੇ ਮੇਰੇ ਚੈਨਲ ਤੇ ਮੇਰੇ ਤੋਂ SST ਪੈਡਾਗੋਜੀ ਦੀ ਤਿਆਰੀ ਕਰ ਰਹੇ ਆ ਉਹਨਾਂ ਦੀ SST ਪੈਡਾਗੋਜੀ ਸਹੀ ਜਾਣੀ ਹੀ ਜਾਣੀ ਆ, ਕਿਉਂਕਿ ਮੈਂ SST ਦੀ ਪੈਡਾਗੋਜੀ ਬਹੁਤ ਹੀ ਜ਼ਿਆਦਾ ਬਰੀਕੀ ਦੇ ਨਾਲ ਕਰਵਾ ਰਹੀ ਆ। ਸੋ ਪ੍ਰਾਥਮਿਕ ਸਰੋਤ ਤੇ ਸੈਕੰਡਰੀ ਸਰੋਤ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਜਿਹੜੇ ਬੱਚੇ ਨਵੇਂ ਜੁੜੇ ਆ, ਜੇਕਰ ਤੁਹਾਨੂੰ ਇਹ ਵਾਲੇ ਪ੍ਰਾਥਮਿਕ ਸਰੋਤ ਤੇ ਸੈਕੰਡਰੀ ਸਰੋਤਾਂ ਨੂੰ ਜੇਕਰ ਤੁਸੀਂ ਹੋਰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤੇ ਕੋਈ ਗੱਲ ਨਹੀਂ, ਇਹ ਟੌਪਿਕ ਮੈਂ ਦੁਬਾਰਾ ਵਧੀਆ ਘੈਂਟ ਜੀ ਥਿਊਰੀ ਦੇ ਨਾਲ ਤੁਹਾਨੂੰ ਮੈਂ ਦੁਬਾਰਾ ਫੇਰ ਕਰਵਾ ਦੂੰਗੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਜਾਣੇ ਫੇਰ ਅੱਗੇ ਨੈਕਸਟ ਕੁਐਸਚਨ ਤੇ। ਇਹ ਸਾਰੇ ਦੇ ਸਾਰੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਨੈਕਸਟ ਕੁਐਸਚਨ, ਸਮਾਜਿਕ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚ ਨਕਸ਼ਿਆਂ ਅਤੇ ਆਰੇਖਾਂ ਦਾ ਪ੍ਰਯੋਗ ਪ੍ਰਸੰਗਿਕ ਕਿਉਂ ਹੈ? ਮਤਲਬ ਇਹ ਕਹਿੰਦੇ ਕਿ ਸਮਾਜਿਕ ਵਿਗਿਆਨ ਦੀਆਂ ਜਿਹੜੀਆਂ ਪਾਠ ਪੁਸਤਕਾਂ ਵਾ ਉਹਨਾਂ ਦੇ ਵਿੱਚ ਆਰੇਖ ਦਿੱਤੇ ਜਾਂਦੇ ਆ, ਨਕਸ਼ੇ ਦਿੱਤੇ ਜਾਂਦੇ ਆ, ਮਤਲਬ ਇਹਨਾਂ ਦਾ ਇਹ ਪ੍ਰਸੰਗਿਕ ਕਿਉਂ ਆ? ਕਹਿਣ ਦਾ ਭਾਵ ਇਹ ਵੀ ਇਹ ਜ਼ਰੂਰੀ ਕਿਉਂ ਆ? ਇਹਨਾਂ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਕਿਉਂ ਆ SST ਦੀਆਂ ਕਿਤਾਬਾਂ ਦੇ ਵਿੱਚ? ਠੀਕ ਆ, ਵੇਖੋ ਪਹਿਲੇ ਨੰਬਰ ਤੇ ਕਹਿੰਦੇ ਆ ਵਿਸ਼ੇ ਨੂੰ ਸਪਸ਼ਟ ਕਰਦਾ ਹੈ, ਤਜਰਬੇਕਾਰਾਂ ਦੁਆਰਾ ਬਣਾਏ ਜਾਂਦੇ ਹਨ। ਮਤਲਬ ਇਹ ਕਹਿੰਦਾ ਵੀ ਜਿਹੜੇ ਨਕਸ਼ੇ ਆ ਤਜਰਬੇਕਾਰ ਲੋਕਾਂ ਦੁਆਰਾ ਬਣਾਏ ਜਾਂਦੇ ਆ। ਫਿਰ ਇਹ ਕਹਿੰਦਾ ਵਿਸ਼ੇ ਵਿੱਚ ਨਵੇਂ ਨਿਯਮ ਜੁੜਦੇ ਹਨ। ਫਿਰ ਇਹ ਕਹਿੰਦਾ ਵਾ ਪਾਠ ਪੁਸਤਕਾਂ ਨੂੰ ਆਕਰਸ਼ਕ ਬਣਾਉਂਦੇ ਹਨ। ਇਹ ਆਪਸ਼ਨ ਵੀ ਗਲਤ ਆ। ਦੂਜੀ ਆਪਸ਼ਨ ਵੀ ਗਲਤ ਆ, ਤਜਰਬੇਕਾਰਾਂ ਦੁਆਰਾ ਬਣਾਏ ਜਾਂਦੇ, ਇਹ ਵੀ ਚੀਜ਼ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ। ਹਾਂ, ਵਿਸ਼ੇ ਨੂੰ ਸਪਸ਼ਟ ਜ਼ਰੂਰ ਕਰਦੇ ਆ। ਫੋਰ ਐਗਜ਼ਾਮਪਲ ਕਿ ਮੈਂ ਬੱਚੇ ਨੂੰ ਮੰਨ ਲਓ ਕਰਵਾਉਣਾ ਆਪਣਾ ਦੂਜਾ ਜਿਵੇਂ ਬਾਉਂਡਰੀਜ਼, ਸਾਡੇ ਦੇਸ਼ ਦੀਆਂ ਬਾਉਂਡਰੀਜ਼ ਹਨਾ, ਵੀ ਸਾਡਾ ਜਿਹੜਾ ਭਾਰਤ ਦੇਸ਼ ਆ ਹਨਾ, ਸਾਡੇ ਭਾਰਤ ਦੇਸ਼ ਦੇ ਨਾਲ ਜਿਹੜੀਆਂ ਵਾ ਆ ਵਾਲੇ ਦੇਸ਼ਾਂ ਦੀਆਂ, ਬੰਗਲਾਦੇਸ਼ ਦੀ ਸਰਹੱਦ ਸਭ ਤੋਂ ਜ਼ਿਆਦਾ ਲੱਗਦੀ ਆ, ਚੀਨ ਦੀ ਲੱਗਦੀ ਆ, ਨੇਪਾਲ ਦੀ ਲੱਗਦੀ ਆ। ਮੈਂ ਉਦਾਂ ਬੱਚੇ ਨੂੰ ਪੜ੍ਹਾਤਾ, ਸਮਝਾਤਾ, ਪਰ ਜਦ ਤੱਕ ਬੱਚਾ ਉਹ ਚੀਜ਼ ਨਕਸ਼ੇ ਤੇ ਨਹੀਂ ਦੇਖੂਗਾ, ਜਦੋਂ ਬੱਚੇ ਨੇ ਨਕਸ਼ਾ ਦੇਖਿਆ ਤੇ ਨਕਸ਼ੇ ਤੋਂ ਉਹਨੂੰ ਪਤਾ ਲੱਗ ਗਿਆ ਵੀ ਹਾਂ ਵਾਕਿਆ ਹੀ ਭਾਰਤ ਦੀ ਇਧਰੋਂ ਸਰਹੱਦ ਆਹ ਵਾਲੀ ਕੰਟਰੀ ਦੇ ਨਾਲ ਲੱਗ ਰਹੀ ਆ, ਇੰਨੇ ਕਿਲੋਮੀਟਰ ਲੱਗ ਰਹੀ ਆ, ਇੰਨਾ ਇਹ ਫਲਾਣੀ
ਕੰਟਰੀ ਦੇ ਨਾਲ ਟੱਚ ਹੋ ਰਿਹਾ, ਇਹਨੂੰ ਪਤਾ ਲੱਗ ਗਿਆ ਨਕਸ਼ਾ ਵੇਖ ਕੇ। ਪਰ ਜਦ ਤੱਕ ਇਹ ਵਾਲਾ ਟੌਪਿਕ ਜਿਹੜਾ ਵਾ ਮੈਂ ਬੱਚੇ ਨੂੰ ਨਕਸ਼ੇ ਤੇ ਹੀ ਨਹੀਂ ਕਰਵਾਉਂਗੀ ਤੇ ਬੱਚੇ ਨੂੰ ਇਹ ਜਿਹੜਾ ਟੌਪਿਕ ਆ ਇਹ ਸਪਸ਼ਟ ਹੀ ਨਹੀਂ ਹੋਊਗਾ। ਸੋ ਇਹਦੇ ਤੋਂ ਇਹ ਚੀਜ਼ ਸਾਨੂੰ ਨਿਕਲ ਕੇ ਸਾਹਮਣੇ ਆ ਗਈ ਵੀ ਬਿਲਕੁਲ ਇਹ ਵਿਸ਼ੇ ਨੂੰ ਕੀ ਕਰਦੇ ਆ, ਵਿਸ਼ੇ ਨੂੰ ਸਪਸ਼ਟ ਕਰਦੇ ਆ, ਉਹਦੀ ਕਲੈਰੀਫਿਕੇਸ਼ਨ ਜਿਹੜੀ ਆ ਪੂਰੀ ਦੀ ਪੂਰੀ ਬੱਚੇ ਦੇ ਸਾਹਮਣੇ ਜਿਹੜੀ ਆ ਉਹ ਰੱਖ ਦਿੰਦੇ ਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਵਾ ਸਮਾਜਿਕ ਵਿਗਿਆਨ ਵਿੱਚ ਅਧਿਆਪਨ ਲਈ ਇਤਿਹਾਸਕ ਫਿਲਮਾਂ ਲਾਹੇਵੰਦ ਹਨ। ਮਤਲਬ ਕਹਿੰਦੇ ਕਿ ਜਦੋਂ ਅਸੀਂ SST ਟੀਚਿੰਗ ਦੀ ਗੱਲ ਕਰਦੇ ਹਾਂ, ਖਾਸ ਕਰਕੇ ਹਿਸਟਰੀ ਸਬਜੈਕਟ ਦੀ, ਤਾਂ ਉਹਦੇ ਵਿੱਚ ਬੱਚਿਆਂ ਨੂੰ ਇਤਿਹਾਸਕ ਫਿਲਮਾਂ ਦਿਖਾਈਆਂ ਜਾਂਦੀਆਂ। ਕਿਉਂ ਦਿਖਾਈਆਂ ਜਾਂਦੀਆਂ ਬੱਚਿਆਂ ਨੂੰ ਇਤਿਹਾਸਕ ਫਿਲਮਾਂ, ਹਨਾ? ਤੇ ਇਹ ਜਿਹੜੀਆਂ ਇਤਿਹਾਸਕ ਫਿਲਮਾਂ ਵਾ ਇਹ ਆਪਾਂ ਲੱਭਣਾ ਵੀ ਕਿਉਂ ਦਿਖਾਈਆਂ ਜਾਂਦੀਆਂ ਵਾ। ਕਹਿੰਦੇ ਵਿਅਕਤੀਗਤ ਸਮੱਸਿਆਵਾਂ ਤੇ ਧਿਆਨ ਕੇਂਦਰਿਤ ਕਰਨ ਲਈ, ਠੀਕ ਆ। ਫਿਰ ਕਹਿੰਦੇ ਆ ਮਨੋਰੰਜਨ ਕਰਨ ਲਈ, ਵੀ ਇੰਟਰਟੇਨਮੈਂਟ ਕਰਨ ਲਈ, ਠੀਕ ਆ। ਫਿਰ ਕਹਿੰਦੇ ਆ ਇਤਿਹਾਸ ਨੂੰ ਕਾਲਪਨਿਕ ਅਤੇ ਚਿਤਰਿਤ ਕਰਨ ਲਈ। ਮਤਲਬ ਕੀ ਕਹਿੰਦੇ ਵੀ ਇਤਿਹਾਸ ਨੂੰ ਜਿਹੜਾ ਵਾ ਬੱਚਿਆਂ ਦੇ ਮਨ ਦੇ ਵਿੱਚ ਉਹਦੀ ਇਮੈਜੀਨੇਸ਼ਨ ਆ ਜੇ ਇਤਿਹਾਸ ਦੀ, ਕਹਿੰਦੇ ਇਸ ਕਰਕੇ। ਫਿਰ ਕਹਿੰਦੇ ਇਤਿਹਾਸ ਨੂੰ ਸੰਜੀਵ ਚਿਤਰਨ ਅਤੇ ਪੇਸ਼ ਕਰਨ ਲਈ। ਇਹਦੀ ਰਾਈਟ ਆਪਸ਼ਨ ਆਊਗੀ ਆਪਸ਼ਨ ਨੰਬਰ D, ਮਤਲਬ ਇਤਿਹਾਸ ਨੂੰ ਸੰਜੀਵ ਚਿਤਰਨ ਪੇਸ਼ ਕਰਨ ਲਈ। ਫੋਰ ਐਗਜ਼ਾਮਪਲ ਇੱਥੇ ਮੈਂ ਦਵਾਂ, ਜਿਵੇਂ ਹੁਣ ਸਾਡੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਤੇ 4 ਸਾਹਿਬਜ਼ਾਦੇ ਮੂਵੀ ਆਈ ਸੀ, ਹਨਾ? 4 ਸਾਹਿਬਜ਼ਾਦੇ ਇਹਨਾਂ ਨੇ ਸਾਡੇ ਸਿੱਖ ਇਤਿਹਾਸ ਤੇ ਮੂਵੀ ਬਣਾਤੀ ਸੀ। ਪਰ ਕੁਝ ਕੁ ਸਾਡੀਆਂ ਜਿਹੜੀਆਂ ਸਿੱਖ ਆਪਣੀਆਂ ਰੈਜ਼ੀਡੈਂਸ ਜਾਂ ਸਿੱਖ ਜਥੇਬੰਦੀਆਂ ਵਾ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ, ਕਿਉਂਕਿ ਇਹਨਾਂ ਨੇ ਸਾਡੇ ਜਿਹੜੇ 4 ਸਾਹਿਬਜ਼ਾਦੇ ਸੀ ਜਾਂ ਇਹਨਾਂ ਨੂੰ ਉਹਨਾਂ ਨੇ ਕਾਰਟੂਨਾਂ ਦਾ ਰੂਪ ਦੇਤਾ। ਪਰ ਜਦੋਂ ਆਪਾਂ ਇੱਥੇ ਬੱਚਿਆਂ ਦੀ ਗੱਲ ਕਰੀਏ ਕਿ ਜਦੋਂ ਬੱਚਿਆਂ ਨੇ ਇਹ ਫਿਲਮ ਦੇਖੀ ਤਾਂ ਵਾਕਿਆ ਹੀ ਉਹਨਾਂ ਦੇ ਮਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੇ ਪ੍ਰਤੀ ਇੱਕ ਸੰਜੀਵ ਚਿੱਤਰ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਗਏ। ਤੇ ਇਹ D ਆਪਸ਼ਨ ਜਿਹੜੀ ਆ, ਬਿਲਕੁਲ ਮੈਂ ਉਦਾਹਰਨ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ D ਆਪਸ਼ਨ ਇਹਦੀ ਸਾਡੀ ਬਿਲਕੁਲ ਰਾਈਟ ਆ, ਕਿਉਂਕਿ ਸੰਜੀਵ ਚਿੱਤਰਣ ਦੀ ਗੱਲ ਹੋ ਰਹੀ ਆ। ਇਤਿਹਾਸਕ ਫਿਲਮਾਂ ਕਾਹਦੇ ਲਈ ਲਾਹੇਵੰਦ ਆ, ਤਾਂ ਕਿ ਬੱਚੇ ਦੇ ਮਨ ਦੇ ਵਿੱਚ ਉਸ ਘਟਨਾ ਦਾ ਇੱਕ ਸੰਜੀਵ ਚਿੱਤਰਣ ਜਿਹੜਾ ਵਾ ਉਹ ਪੈਦਾ ਹੋ ਸਕੇ। ਨੈਕਸਟ ਜਿਹੜੇ ਪੁਆਇੰਟ ਆ ਨਾ, ਧਿਆਨ ਦੇ ਨਾਲ ਸੁਣਿਓ ਮੇਰੀ ਗੱਲ, ਕਿਉਂਕਿ ਇੱਕ ਇੱਕ ਕੁਐਸਚਨ ਨੂੰ ਬੋਰਡ ਤੇ ਲਿਖਣਾ ਜਿਹੜਾ ਵਾ ਥੋੜਾ ਔਖਾ ਆ। ਪਰ ਮੈਂ ਇੱਥੇ ਤੁਹਾਨੂੰ ਥਿਊਰੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆ। ਉਸ ਚੀਜ਼ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਓ, ਕਿਉਂਕਿ ਜਿਹੜੀਆਂ ਪੁਆਇੰਟ, ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਸਾਡੇ ਸਾਰੇ ਦੇ ਸਾਰੇ SST ਪੈਡਾਗੋਜੀ ਦੇ ਕੁਐਸਚਨ ਵੀ ਉਹਦੇ ਤੋਂ ਹੀ ਬਣਦੇ ਆ। ਦੇਖੋ, ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆ ਜੇ, ਕੁਐਸਚਨ ਇਹ ਆ ਜੇ ਕਿ ਮੰਨ ਲਓ ਕਿਸੇ ਵਿਸ਼ੇਸ਼ ਖੇਤਰ ਦੇ ਵਿੱਚ, ਮੰਨ ਲਓ ਕਿ ਪੋਲੀਟੀਕਲ ਸਾਇੰਸ ਦਾ ਕੋਈ ਵਿਸ਼ਾ ਵਾ ਤੇ ਸਾਨੂੰ ਕੁਐਸਚਨ ਆ ਗਿਆ ਵੀ ਕੀ ਕਰਨਾ ਵਾ ਕਿ ਤੁਸੀਂ ਬੱਚੇ ਨੂੰ ਕਹਿਣਾ ਵਾ ਵੀ ਆਹ ਵਾਲਾ ਜਿਹੜਾ ਕੋਈ ਪਾਰਟਿਕੂਲਰ ਕੋਈ ਖੇਤਰ ਆ, ਉੱਥੇ ਇੰਨੇ ਟਾਈਮ ਤੋਂ ਲੈ ਕੇ ਇੰਨੇ ਟਾਈਮ ਤੱਕ ਕੀ ਚੇਂਜ ਆਏ। ਮਤਲਬ ਕਿਸੇ ਖੇਤਰ ਦੀ ਗੱਲ ਹੋ ਰਹੀ ਆ, ਉਸ ਖੇਤਰ ਦੇ ਵਿੱਚ ਜਿਹੜੇ ਆ ਕਿੰਨੇ ਸਮੇਂ ਤੋਂ ਲੈ ਕੇ ਉਦੋਂ ਉਹ ਵਾਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਵਿੱਚ ਕਿਹੜੇ ਕਿਹੜੇ ਚੇਂਜ ਆਏ, ਉਹਦੇ ਲਈ ਕੋਈ ਸਹਾਇਕ ਸਮੱਗਰੀ ਟੀਚਰ ਨੇ ਬਣਾਉਣੀ ਆ। ਮਤਲਬ ਕਿ ਕਿਸੇ ਖੇਤਰ ਦੇ ਵਿੱਚ ਕੋਈ ਜਿੰਨੇ ਵੀ ਪੋਲੀਟੀਕਲ ਚੇਂਜ ਆਏ ਉਹਦੀ ਇੱਕ ਟੀਚਰ ਨੇ ਸਹਾਇਕ ਸਮੱਗਰੀ ਬਣਾਉਣੀ ਆ। ਤੇ ਉਹ ਕਿਹੜੀ ਸਹਾਇਕ ਸਮੱਗਰੀ ਬਣਾਊਗਾ? ਉਹ ਸਹਾਇਕ ਸਮੱਗਰੀ ਬਣਾਊਗਾ ਕੰਧ ਤਸਵੀਰ। ਇਹ ਆਪਸ਼ਨ ਇੱਥੇ ਤੁਹਾਨੂੰ ਬਹੁਤ ਕੋਈ ਕੁਝ ਆਖੂ, ਕੋਈ ਕੁਝ ਆਖੂਗਾ। ਕਿਤੇ ਤੁਹਾਨੂੰ ਆਪਸ਼ਨ ਮਿਲੂਗੀ, ਕਿਤੇ ਫਲੋ ਚਾਰਟ, ਕਿਤੇ ਵਾਰਨ ਡਾਇਗ੍ਰਾਮ, ਪਰ ਇੱਥੇ ਸਾਡੀ ਜਿਹੜੀ ਆਪਸ਼ਨ ਆਊਗੀ, ਇਹਨੂੰ ਇੰਗਲਿਸ਼ ਦੇ ਵਿੱਚ ਬਾਰ ਡਾਇਗ੍ਰਾਮ ਵੀ ਕਹਿੰਦੇ ਆ। ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਆ? ਬਾਰ ਡਾਇਗ੍ਰਾਮ ਵੀ ਕਹਿੰਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਕਿਉਂਕਿ ਬਾਰ ਡਾਇਗ੍ਰਾਮ ਇਹ ਸੇਮ ਕੁਐਸਚਨ ਜਿਹੜਾ ਕੰਧ ਤਸਵੀਰ ਦਾ, ਇਹ ਸੀ ਟੈਟ ਦੇ 21 ਸਤੰਬਰ ਵਾਲੇ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਾ ਵਾ। ਜਿਹੜੀ ਵੀ ਥਿਊਰੀ ਕਰਵਾ ਰਹੀ ਹਾਂ ਬਿਲਕੁਲ ਸਿਲੈਕਟਡ ਆ ਉਹ ਥਿਊਰੀ ਜਿਹਦੇ ਵਿੱਚੋਂ ਕਿ ਸਾਨੂੰ ਪੇਪਰ ਜਿਹੜਾ ਵਾ ਪੁੱਛੇ ਜਾ ਚੁੱਕਿਆ ਵਾ। ਤੇ ਇਹ ਸਾਰਾ ਦਾ ਸਾਰਾ ਮਟੀਰੀਅਲ ਜਿਹੜਾ ਵਾ ਤੁਹਾਨੂੰ ਮੈਂ ਟੈਲੀਗ੍ਰਾਮ ਤੇ ਸੈਂਡ ਕਰ ਦੂੰਗੀ। ਟੈਲੀਗ੍ਰਾਮ ਜ਼ਰੂਰ ਜੁਆਇਨ ਕਰ ਲੈਣਾ। ਸੋ ਕਿਸੇ ਵਿਸ਼ੇਸ਼ ਖੇਤਰ ਦੇ ਵਿੱਚ ਅਸੀਂ ਬਦਲਾਅ ਜਿਹੜੇ ਆਏ ਆ, ਉਹਨਾਂ ਬਦਲਾਵਾਂ ਨੂੰ ਅਸੀਂ ਬੱਚੇ ਨੂੰ ਸਮਝਾਉਣ ਲਈ ਬੱਚੇ ਲਈ ਸਹਾਇਕ ਸਮੱਗਰੀ ਜਿਹੜੀ ਆ ਬਣਾਉਣੀ ਆ। ਤੇ ਉਹਦੇ ਲਈ ਅਸੀਂ ਕੰਧ ਤਸਵੀਰ ਬਣਾਵਾਂਗੇ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿ ਦਿੰਦੇ ਆ? ਇੰਗਲਿਸ਼ ਦੇ ਵਿੱਚ ਅਸੀਂ ਇਸ ਨੂੰ ਬਾਰ ਡਾਇਗ੍ਰਾਮ ਕਹਿ ਦਿੰਨੇ ਆ। ਤੇ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਕਿ ਭੂਗੋਲ ਪੜ੍ਹਾਉਣ ਲਈ, ਭੂਗੋਲ ਯਾਨੀ ਕਿ ਜਿਓਗ੍ਰਾਫੀ ਪੜ੍ਹਾਉਣ ਲਈ
ਕਿਹੜੀ ਸਹਾਇਕ ਸਮੱਗਰੀ ਸਭ ਤੋਂ ਉਚਿਤ ਆ। ਤੇ ਜਿਓਗ੍ਰਾਫੀ ਦੇ ਵਿੱਚ ਸਿਰਫ ਤੇ ਸਿਰਫ ਕੀ ਆਉਂਦਾ ਵਾ, ਸਾਡਾ ਮੈਪ ਆਉਂਦਾ ਵਾ ਤੇ ਇੱਕ ਸਾਡਾ ਆਉਂਦਾ ਵਾ ਗਲੋਬ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਇਹ ਦੋ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਜਦੋਂ ਜਿਓਗ੍ਰਾਫੀ ਦੀ ਗੱਲ ਆ ਜੇ, ਮੈਪ ਤੇ ਗਲੋਬ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਵਾ, ਠੀਕ ਆ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਕਿ ਆਪਾਂ ਬੱਚੇ ਨੂੰ ਇਹ ਕਹਿਣਾ ਵਾ ਕਿ ਆਪਾਂ ਮੰਨ ਲਓ 8ਵੀਂ ਕਲਾਸ ਦਾ ਬੱਚਾ ਵਾ, ਹਨਾ, 8ਵੀਂ ਕਲਾਸ ਦਾ ਬੱਚਾ ਵਾ ਤੇ ਕੋਈ ਜਨਸੰਖਿਆ ਵਾਲਾ ਟੌਪਿਕ ਆ ਤੇ ਆਪਾਂ ਬੱਚੇ ਨੂੰ ਜਨਸੰਖਿਆ ਸਮਝਾਉਣ ਲਈ, ਟੌਪਿਕ ਸਮਝਾਉਣ ਲਈ ਟੀਚਰ ਬੱਚੇ ਨੂੰ ਇਹ ਕਹਿ ਰਿਹਾ ਵਾ ਕਿ ਤੂੰ ਆਪਣੇ ਪਿੰਡ ਤੋਂ, ਮਤਲਬ ਤੂੰ ਆਪਣੇ ਪਿੰਡ ਤੋਂ ਜਿਹੜੇ ਆ ਕੁਝ ਅੰਕੜੇ ਇਕੱਠੇ ਕਰਨੇ ਆ ਤੇ ਕੁਝ ਅੰਕੜੇ ਇਕੱਠੇ ਕਰਕੇ ਤੂੰ ਉਹਨਾਂ ਦੀ ਫਾਈਲ ਤਿਆਰ ਕਰਨੀ ਆ, ਜਾਂ ਤੂੰ ਆਪਣੇ ਉਹਨਾਂ ਦੇ ਕੋਈ ਨੋਟਸ ਤਿਆਰ ਕਰਨੇ ਆ ਆਪਣੇ ਪਿੰਡ ਤੋਂ, ਆਪਣੇ ਜਨਸੰਖਿਆ ਪ੍ਰਤੀ ਕੋਈ ਵੀ ਅੰਕੜੇ ਇਕੱਠੇ ਕਰਕੇ। ਇਹ ਕਿਹੜੀ ਸਹਾਇਕ ਸਮੱਗਰੀ ਦੇ ਵਿੱਚ ਆਊਗਾ, ਇਹਨੂੰ ਆਪਾਂ ਕੀ ਕਵਾਂਗੇ, ਪ੍ਰਾਇਮਰੀ ਅੰਕੜੇ। ਮਤਲਬ ਕਿਸੇ ਲੋਕਲ ਖੇਤਰ ਤੋਂ ਜਿਹੜੇ ਆ ਕੋਈ ਅੰਕੜੇ ਇਕੱਠੇ ਕਰਨੇ, ਉਹ ਕਿਹਦੇ ਵਿੱਚ ਆਉਣਗੇ, ਪ੍ਰਾਇਮਰੀ ਅੰਕੜੇ। ਮਤਲਬ ਜੇ ਕੋਈ ਐਦਾਂ ਦਾ ਕੁਐਸਚਨ ਤੁਹਾਨੂੰ ਨਜ਼ਰ ਆ ਰਿਹਾ ਵਾ ਜਿੱਥੇ ਟੀਚਰ ਬੱਚੇ ਤੋਂ ਅੰਕੜੇ ਇਕੱਠੇ ਕਰਨ ਦੀ ਗੱਲ ਕਰ ਰਿਹਾ ਵਾ, ਉੱਥੇ ਹਮੇਸ਼ਾ ਹੀ ਕੀ ਟਿਕ ਲਾ ਕੇ ਆਉਣਾ ਵਾ ਤੁਸੀਂ, ਪ੍ਰਾਇਮਰੀ ਅੰਕੜੇ, ਠੀਕ ਆ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਜੇਕਰ ਤੁਹਾਨੂੰ ਪੁੱਛਿਆ ਜਾਵੇ, ਵੈਸੇ ਇਹ ਕੁਐਸਚਨ ਸਾਨੂੰ ਵੀ ਆ ਸਕਦਾ, ਪਰ ਸੀਟੈਟ ਦੇ ਵਿੱਚ ਇਹ ਕੁਐਸਚਨ ਦੇ ਜ਼ਿਆਦਾ ਚਾਂਸ ਆ ਵੀ ਐਨਸੀਈਆਰਟੀ ਜਿਹੜੀ ਆ, ਮਤਲਬ ਐਨਸੀਈਆਰਟੀ ਜਿਹੜਾ ਬੋਰਡ ਆ, ਇਹ ਕਿਹੜੀ ਸਹਾਇਕ ਸਮੱਗਰੀ ਤੇ ਜ਼ਿਆਦਾ ਜ਼ੋਰ ਦੇ ਰਿਹਾ ਵਾ। ਮਤਲਬ ਜੇਕਰ ਆਪਾਂ ਗੱਲ ਕਰੀਏ ਐਸਐਸਟੀ ਸਬਜੈਕਟ ਦੀ, ਤੇ ਐਨਸੀਈਆਰਟੀ ਜਿਹੜਾ ਵਾ ਕਿਹੜੀ ਸਹਾਇਕ ਸਮੱਗਰੀ ਤੇ ਜ਼ਿਆਦਾ ਜ਼ੋਰ ਦੇ ਰਿਹਾ ਵਾ, ਇਹ ਦੇ ਰਿਹਾ ਵਾ ਜ਼ਿਆਦਾ ਜ਼ੋਰ ਕਹਾਣੀ ਬੋਰਡ ਤੇ। ਕਹਾਣੀ ਬੋਰਡ ਮਤਲਬ ਕੀ ਕਹਿ ਰਿਹਾ ਵਾ, ਕਹਾਣੀ ਬੋਰਡ ਦਾ ਮਤਲਬ ਇਹ ਆ, ਕਹਿੰਦਾ ਵੀ ਜੇਕਰ ਤੁਸੀਂ ਬੱਚੇ ਨੂੰ ਕੋਈ ਟੌਪਿਕ ਪੜਾਉਣਾ ਵਾ ਤੇ ਕਲਾਸ ਦੇ ਵਿੱਚ ਏਦਾਂ ਇੱਕ ਬੋਰਡ ਲੱਗਾ ਹੋਣਾ ਚਾਹੀਦਾ ਵਾ। ਸਾਡੇ ਬੀਐਡ ਕਾਲਜ ਦੇ ਵਿੱਚ ਲੱਗੇ ਹੁੰਦੇ ਜਿੱਥੇ ਫੋਟੋਆਂ ਲਾਈਆਂ ਹੁੰਦੀਆਂ ਸੀ ਫੰਕਸ਼ਨ ਦੀਆਂ, ਹਨਾ, ਉਹ ਚੀਜ਼ ਬੋਰਡ ਲਾ ਕੇ ਤੁਸੀਂ ਉੱਥੇ ਜੋ ਵੀ ਤੁਸੀਂ ਵਿਸ਼ਾ ਪੜਾਇਆ ਉਹਦੀਆਂ ਫੋਟੋਆਂ ਜਿਹੜੀਆਂ ਵਾ ਤੁਸੀਂ ਇੰਜ ਕਰਕੇ ਬੋਰਡ ਤੇ ਲਗਾ ਦਿਓ, ਠੀਕ ਆ। ਇਹ ਮਤਲਬ ਕਿ ਹਰ ਇੱਕ ਕਲਾਸ ਦੇ ਵਿੱਚ ਏਦਾਂ ਦਾ ਬੋਰਡ ਜਿਹੜਾ ਵਾ ਹੋਣਾ ਚਾਹੀਦਾ ਵਾ, ਜਿਹੜਾ ਉਸ ਵਿਸ਼ੇ ਦੀ ਕਿਸੇ ਵੀ ਕਹਾਣੀ ਨੂੰ ਕੀ ਆ, ਪੇਸ਼ ਕਰ ਰਿਹਾ ਹੋਵੇ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹਨਾਂ ਸਾਰੇ ਕੁਐਸਚਨਾਂ ਦੇ, ਜਿਹੜੀ ਮੈਂ ਥਿਊਰੀ ਤੁਹਾਨੂੰ ਦੱਸ ਰਹੀ ਆ, ਇਹ ਸਾਰੀ ਥਿਊਰੀ ਦੀ ਜਿਹੜੇ MCQ ਆ, ਉਹ MCQ ਜਿਹੜੇ ਕਿ ਸਾਨੂੰ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਜਾ ਚੁੱਕੇ ਆ, ਇਹਦੀ ਸਾਰੀ ਦੀ ਸਾਰੀ PDF ਜਿਹੜੀ ਆ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਭੇਜ ਦੂੰਗੀ, ਠੀਕ ਹੈ। ਜਿਨ੍ਹਾਂ ਬੱਚੇ ਨੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਉਹ ਟੈਲੀਗ੍ਰਾਮ ਜੁਆਇਨ ਕਰ ਲਓ, ਠੀਕ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਸੁਣਿਓ, ਮਤਲਬ ਜਿੱਥੇ ਐਦਾਂ ਦਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਜੇ ਕਿ ਜਿੱਥੇ ਇੱਕ ਦੇਸ਼ ਦੀ ਦੂਜੇ ਦੇਸ਼ ਦੇ ਨਾਲ ਤੁਲਨਾ ਕਰਨੀ ਆ, ਇੱਕ ਦੇਸ਼ ਦੀ ਦੂਜੇ ਦੇਸ਼ ਦੇ ਨਾਲ ਕੀ ਕਰਨੀ ਆ, ਤੁਲਨਾ ਕਰਨੀ ਆ। ਮੰਨ ਲਓ ਭਾਰਤ ਆ ਤੇ ਭਾਰਤ ਦੇਸ਼ ਦੀ ਆਪਾਂ ਬੱਚੇ ਨੂੰ ਕੀ ਕਹਿਣਾ ਵਾ, ਆਪਾਂ ਭਾਰਤ ਦਾ ਤੇ ਅਮਰੀਕਾ ਦੇ ਵਿੱਚ ਕੀ ਆ, ਅਮਰੀਕਾ ਦੇ ਕੋਲ ਕੀ ਆ, ਭਾਰਤ ਦੇ ਕੋਲ ਕੀ ਆ, ਜੋ ਸਾਡੇ ਕੋਲ ਆ ਅਮਰੀਕਾ ਕੋਲ ਨਹੀਂ ਹੈਗਾ, ਜੋ ਅਮਰੀਕਾ ਕੋਲ ਆ ਸਾਡੇ ਕੋਲ ਨਹੀਂ ਹੈਗਾ, ਯਾਨੀ ਕਿ ਤੁਲਨਾ ਕਰਨੀ ਆ। ਤੇ ਅਸੀਂ ਬੱਚੇ ਨੂੰ ਕਿਹੜਾ ਚਾਰਟ ਬਣਾ ਕੇ ਇਹ ਤੁਲਨਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਬਣਾਵਾਂਗੇ ਤੁਲਨਾਤਮਕ ਚਾਰਟ, ਕਿਉਂਕਿ ਤੁਲਨਾਤਮਕ ਚਾਰਟ ਵਾਲਾ ਕੁਐਸਚਨ ਜਿਹੜਾ ਵਾ ਪੁੱਛਿਆ ਜਾ ਚੁੱਕਿਆ ਵਾ। ਕੁਐਸਚਨ ਇਹ ਸੀਗਾ ਕਿ ਵਿਭਿੰਨ ਦੇਸ਼ਾਂ ਵਿੱਚੋਂ ਭੂਮੀ ਉਪਯੋਗ ਨੂੰ ਦਰਸਾਉਣ ਲਈ ਨਿਮਨਲਿਖਤ ਵਿੱਚੋਂ ਕਿਹੜੀ ਅਧਿਆਪਨ ਸਮੱਗਰੀ ਉਪਯੋਗੀ ਹੋਵੇਗੀ, ਤੇ ਇਹਨਾਂ ਨੇ ਆਨਸਰ ਵੀ ਇਹੀ ਦਿੱਤਾ ਸੀ, ਤੁਲਨਾਤਮਕ ਚਾਰਟ। ਚਾਹੇ ਜਿਓਗ੍ਰਾਫੀਕਲ ਤੁਲਨਾ ਕਰਨੀ ਹੋਵੇ, ਹਿਸਟੋਰੀਕਲੀ ਕੋਈ ਤੁਲਨਾ ਕਰਨੀ ਹੋਵੇ, ਕੋਈ ਪੋਲੀਟੀਕਲ ਸਿਸਟਮ ਦੇ ਰਿਗਾਰਡਿੰਗ ਕਿਸੇ ਵੀ ਮੁੱਦੇ ਦੇ ਰਿਗਾਰਡਿੰਗ ਤੁਲਨਾ ਕਰਨੀ ਹੋਵੇ, ਆਨਸਰ ਸਾਡਾ ਤੁਲਨਾਤਮਕ ਚਾਰਟ ਹੀ ਆਊਗਾ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਸਮਾਂ ਚਾਰਟ ਦੇ ਸਾਨੂੰ ਸੀਟੈਟ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕੁਐਸਚਨ ਆਉਂਦੇ ਆ। ਜੇਕਰ ਸਾਨੂੰ ਪੁੱਛਿਆ ਜਾਵੇ ਕਿ ਸਮਾਂ ਚਾਰਟ ਜਿਹੜਾ ਵਾ ਇਹ ਕਿਹੜੇ ਵਿਸ਼ਿਆਂ ਨੂੰ ਪੜ੍ਹਾਉਣ ਲਈ ਸਭ ਤੋਂ ਵੱਧ ਉਪਯੋਗੀ ਆ, ਧਿਆਨ ਦੇ ਵਿੱਚ ਰੱਖਿਓ। ਕਿਸੇ ਰਾਜੇ ਦਾ ਸ਼ਾਸਨ ਕਾਲ ਪੜ੍ਹਾਉਣਾ ਹੋਵੇ ਤਾਂ, ਕਿਸੇ ਸ਼ਾਸਕ ਦੇ ਬਾਰੇ ਪੜ੍ਹਨਾ ਹੋਵੇ ਤਾਂ, ਰਾਜੇ ਦਾ ਸ਼ਾਸਨ ਕਾਲ, ਕਿਸੇ ਸ਼ਾਸਕ ਦਾ ਸ਼ਾਸਨ ਕਾਲ, ਉਹਦੇ ਵਿੱਚ ਹੀ ਸਮਾਂ ਚਾਰਟ ਜਿਹੜਾ ਵਾ ਜ਼ਿਆਦਾ ਉਪਯੋਗੀ
ਹੋਊਗਾ। ਫੋਰ ਐਗਜ਼ਾਮਪਲ ਅਸੀਂ ਮੁਗਲ ਵੰਸ਼ ਪੜ੍ਹਦੇ ਆ ਤੇ ਮੁਗਲ ਵੰਸ਼ ਦੇ ਵਿੱਚ ਸਾਨੂੰ ਸਮਾਂ ਚਾਰਟ ਹੀ ਜਿਹੜਾ ਵਾ, ਅਸੀਂ ਖੁਦ ਵੀ ਸਮਾਂ ਚਾਰਟ ਦੀ ਮਦਦ ਦੇ ਨਾਲ ਹੀ ਜਿਹੜਾ ਮੁਗਲ ਕਾਲ ਪੜ੍ਹਦੇ ਆ ਤੇ ਅਸੀਂ ਬੱਚਿਆਂ ਨੂੰ ਵੀ ਇਦਾਂ ਹੀ ਪੜਾਉਣਾ ਵੀ ਪਹਿਲਾਂ ਕਿੱਦਾਂ ਸ਼ਾਹਜਹਾਂ ਹੀ, ਫਿਰ ਜਹਾਂਗੀਰ ਸੀ, ਫਿਰ ਅਕਬਰ ਸੀ, ਫਿਰ ਜਹਾਂਗੀਰ ਸੀ, ਏਦਾਂ ਏਦਾਂ ਇਹਨਾਂ ਦਾ ਸ਼ਾਸਨ ਕਾਲ ਸੀ। ਉਹਦਾ ਅਸੀਂ ਇੱਕ ਸਮਾਂ ਚਾਰਟ ਜਿਹੜਾ ਬਣਾ ਕੇ ਬੱਚੇ ਦੇ ਸਾਹਮਣੇ ਪੇਸ਼ ਕਰਾਂਗੇ। ਸੋ ਜਿੱਥੇ ਤੁਹਾਨੂੰ ਗੱਲ ਆ ਜੇ ਕਿ ਤੁਸੀਂ ਬੱਚੇ ਨੂੰ ਕਿਸੇ ਰਾਜੇ ਦਾ ਸ਼ਾਸਨ ਕਾਲ ਪੜਾਉਣਾ ਵਾ, ਜਹਾਂਗੀਰ ਬਾਰੇ ਦੱਸਣਾ ਜਾਂ ਕੁਝ ਵੀ, ਤੇ ਤੁਸੀਂ ਕਿਹੜੀ ਸਹਾਇਕ ਸਮੱਗਰੀ ਦੀ ਵਰਤੋਂ ਕਰੋਗੇ, ਤੇ ਉੱਥੇ ਸਾਡਾ ਆਨਸਰ ਆਊਗਾ ਸਮਾਂ ਚਾਰਟ। ਠੀਕ ਆ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਇੱਕ ਚੀਜ਼ ਹੋਰ ਆ, ਸਮਝਣ ਦੀ ਕੋਸ਼ਿਸ਼ ਕਰਿਓ। ਸਾਡੇ ਨਾ ਨਕਸ਼ਿਆਂ ਦੇ ਉੱਪਰ ਕੁਝ ਚਿੰਨ੍ਹ ਹੁੰਦੇ ਆ, ਕਈਆਂ ਨੂੰ ਰੂੜੀ ਚਿੰਨ੍ਹ ਕਿਹਾ ਜਾਂਦਾ ਵਾ। ਇਹਨਾਂ ਦੇ ਵਿੱਚੋਂ ਸਾਨੂੰ ਕੁਐਸਚਨ ਬਹੁਤ ਪੁੱਛੇ ਜਾਂਦੇ ਆ। ਸੋ ਮਤਲਬ ਮੈਂ ਨਾ ਅਗਲੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਮੈਂ ਦੱਸੂਗੀ, ਇੱਕ ਨਾ ਸਾਡੇ ਮੈਪ ਦੇ ਉੱਤੇ ਹੁੰਦੇ ਆ ਰੂੜੀ ਚਿੰਨ੍ਹ। ਮਤਲਬ ਉਹ ਚਿੰਨ੍ਹ ਜਿੰਨਾ ਚਿੰਨ੍ਹਾਂ ਦੀ ਮਦਦ ਦੇ ਨਾਲ ਅਸੀਂ ਮੈਪ ਜਿਹੜਾ ਵਾ ਸਮਝ ਲੈਂਦੇ ਆ ਵੀ ਰੂੜੀ ਚਿੰਨ੍ਹ ਸਾਨੂੰ ਮੈਪ ਤੇ ਕੀ ਦਰਸਾਉਂਦੇ ਆ, ਫਲਾਣੇ ਚਿੰਨ੍ਹ ਸਾਨੂੰ ਨਕਸ਼ੇ ਤੇ ਕੀ ਦਰਸਾਉਂਦੇ ਆ। ਸੋ ਮਤਲਬ ਕਹਿਣ ਦਾ ਭਾਵ ਹੈ ਕਿ SST ਪੈਡਾਗੋਜੀ ਜਿਹੜੀ ਆ ਇੰਨੀ ਕੁ ਬਰੀਕੀ ਦੇ ਨਾਲ ਪੜਾਉਂਗੀ ਵੀ ਪੇਪਰ ਤਾਂ ਤੁਸੀਂ ਕਲੀਅਰ ਕਰੋਗੇ। SST ਚੋਂ 40 ਤੋਂ 45 ਨੰਬਰ ਤਾਂ ਤੁਸੀਂ ਲੈ ਕੇ ਹੀ ਜਾਓਗੇ। ਪਲੱਸ ਤੁਸੀਂ SST ਮਤਲਬ ਤੁਹਾਡੇ ਅੰਦਰੋਂ ਕੌਨਫੀਡੈਂਸ ਉੱਠ ਕੇ ਬਾਹਰ ਆਊਗਾ ਵੀ ਹਾਂ ਤੁਸੀਂ SST ਦੇ ਬੈਸਟ ਟੀਚਰ ਬਣ ਗਏ ਹੋ। ਚਾਹੇ ਤੁਸੀਂ ਪ੍ਰੋਫੈਸ਼ਨਲੀ ਨਹੀਂ ਬਣੋਗੇ, ਪਰ ਮੇਰੀਆਂ ਤੇ ਦੁਆਵਾਂ ਤੁਹਾਡੇ ਨਾਲ ਆ ਕਿ ਪ੍ਰੋਫੈਸ਼ਨਲੀ ਵੀ ਬਣੋਗੇ, ਕਿਉਂਕਿ ਲੇਟੈਸਟ ਹੀ ਮੇਰੇ ਕਾਫੀ ਸਟੂਡੈਂਟ ਦਾ ਸੀਟੈਟ ਦਾ ਪੇਪਰ ਕਲੀਅਰ ਹੋਇਆ ਵਾ। ਠੀਕ ਆ, ਤੁਸੀਂ ਮੇਰੀਆਂ ਵੀਡੀਓ ਵੀ ਦੇਖ ਸਕਦੇ ਹੋ। ਜਿੰਨਾ ਬੱਚਿਆਂ ਨੂੰ ਇਹ ਗੱਲਾਂ ਕੋਈ ਝੂਠ ਲੱਗਦਾ, ਟੈਲੀਗ੍ਰਾਮ ਤੇ ਜੁੜ ਜਾਓ, ਉੱਥੇ ਬੱਚੇ ਗੱਲਬਾਤ ਵੀ ਕਰਦੇ ਤੇ ਉਹ ਬੱਚੇ ਤੁਹਾਨੂੰ ਖੁਦ ਦੱਸ ਦੇਣਗੇ ਵੀ ਮੇਰੀਆਂ ਕਲਾਸਾਂ ਉਹਨਾਂ ਲਈ ਕਿੰਨੀਆਂ ਜ਼ਿਆਦੀਆਂ ਲਾਹੇਵੰਦ ਹੈਗੀਆਂ ਵਾ। ਠੀਕ ਆ, ਤੇ ਏਦਾਂ ਹੀ SST ਦੀ ਪੈਡਾਗੋਜੀ ਚੱਲਦੀ ਰਹਿਣੀ ਆ, ਥਿਊਰੀ ਚੱਲਦੀ ਰਹਿਣੀ ਆ, MCQ ਚੱਲਦੇ ਰਹਿਣੇ ਆ। ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ, ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਹੀ ਦੱਸ ਦੂੰਗੀ ਫਲੋ ਚਾਰਟ ਕਿੱਥੇ ਵਰਤਣੇ ਆ, ਹਨਾ, ਤੁਲਨਾਤਮਕ ਚਾਰਟ ਕਿੱਥੇ ਵਰਤਣੇ ਆ, ਨਕਸ਼ਿਆਂ ਦੇ ਵਿੱਚ ਰੂੜੀ ਚਿੰਨ੍ਹ ਕੀ ਆ, ਸਾਰਾ ਕੁਝ ਜਿੱਥੋਂ ਮਰਜ਼ੀ SST ਪੈਡਾਗੋਜੀ ਦਾ ਕੁਐਸਚਨ ਪਾ ਦੇਣ, ਅਸੀਂ ਸਹੀ ਆਪਸ਼ਨ ਜਿਹੜੀ ਆ ਲੱਭ ਹੀ ਲੈਣੀ ਆ। ਸਹੀ ਆਪਸ਼ਨ ਉਹੀ ਬੱਚੇ ਲੱਭਣਗੇ ਜਿਨ੍ਹਾਂ ਨੇ ਮੇਰੇ ਤੋਂ SST ਪੈਡਾਗੋਜੀ ਜਿਹੜੀ ਆ ਪੜ੍ਹੀ ਹੋਊਗੀ। ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੇ ਉਹਦੇ ਵਿੱਚ ਆਪਾਂ ਕਰਾਂਗੇ SST ਦੀ ਸਾਰੀ ਥਿਊਰੀ, ਇਹਨਾਂ ਸਾਰੇ ਟੌਪਿਕਸ ਦੀ। ਸੋ ਜੇਕਰ ਤੁਹਾਨੂੰ ਲੱਗਦੀਆਂ ਮੇਰੀਆਂ ਕਲਾਸਾਂ ਬਹੁਤ ਹੀ ਜ਼ਿਆਦਾ ਵਧੀਆ, ਤੇ ਤੁਸੀਂ ਕੀ ਕਰਨਾ ਵਾ, ਕਲਾਸਾਂ ਨੂੰ ਸ਼ੇਅਰ ਕਰ ਦਿਓ, ਕਿਉਂਕਿ SST ਪੈਡਾਗੋਜੀ ਇੱਕ ਗੰਭੀਰ ਵਿਸ਼ਾ ਬਣ ਚੁੱਕਾ ਵਾ। ਪਤਾ ਕਿਉਂ? ਕਿਉਂਕਿ SST ਪੈਡਾਗੋਜੀ ਜਿਹੜੇ ਬੱਚੇ, ਮੈਂ ਪਹਿਲਾਂ ਵੀ ਬੜੀ ਵਾਰੀ ਦੱਸ ਚੁੱਕੀ ਹਾਂ ਕਿ ਅਸੀਂ SST 60 ਨੰਬਰ ਦੀ ਮੰਨ ਕੇ ਚੱਲੀ ਜਾਂਦੇ ਆ, ਤੇ ਅਸੀਂ 60 ਨੰਬਰ ਦੀ ਮੰਨ ਕੇ SST ਦੀ ਤਿਆਰੀ ਕਰੀ ਜਾਂਦੇ ਆ। ਪਰ ਇਹ ਤੁਹਾਡਾ ਭੁਲੇਖਾ ਵਾ। ਮੈਂ ਬੜੀ ਵਾਰੀ ਕਹਿ ਚੁੱਕੀ ਆ ਕਿ ਸਾਨੂੰ SST ਸਿਰਫ ਤੇ ਸਿਰਫ 40 ਨੰਬਰ ਦੀ ਆਉਂਦੀ ਆ, ਤੇ ਜਿਹੜੀ ਸਾਨੂੰ ਥਿਊਰੀ ਆਉਂਦੀ ਆ ਹਿਸਟਰੀ ਦੀ, ਜਿਓਗ੍ਰਾਫੀ ਦੀ, ਪੋਲੀਟੀਕਲ ਦੀ, ਜਿਹੜੀ ਸਾਨੂੰ ਥਿਊਰੀ ਆਉਂਦੀ ਆ ਉਹ ਸਿਰਫ ਸਾਨੂੰ 40 ਨੰਬਰ ਦੀ ਆਉਂਦੀ ਆ, ਜਿਹਦੇ ਵਿੱਚੋਂ 20 ਨੰਬਰ ਦਾ ਪੋਰਸ਼ਨ ਸਾਡਾ ਜਿਹੜਾ ਵਾ SST ਪੈਡਾਗੋਜੀ ਦਾ ਹੁੰਦਾ ਵਾ। ਸੋ ਜੇਕਰ ਅਸੀਂ ਪੈਡਾਗੋਜੀ ਨੂੰ ਐ ਬਰੀਕੀ ਦੇ ਨਾਲ ਸਮਝ ਲਈਏ ਤੇ ਸਾਡੇ ਉਹ 20 ਨੰਬਰ ਪੱਕੇ ਹੋ ਸਕਦੇ ਆ। ਠੀਕ ਹੈ, ਤੇ ਬਾਕੀ ਜਿਹੜੀ ਥਿਊਰੀ ਉਹਦੇ ਵਿੱਚੋਂ 20 ਤੋਂ 25 ਨੰਬਰ ਜੇਕਰ ਤੁਸੀਂ ਲੈ ਗਏ, ਤੇ ਯਾਨੀ ਕਿ ਸਾਡੇ 20 ਨੰਬਰ ਪੈਡਾਗੋਜੀ ਦੇ ਮਿਲਾ ਕੇ ਤੇ ਥਿਊਰੀ ਦੇ ਵਿੱਚੋਂ 20-25 ਸਾਡੇ ਨੰਬਰ ਮਿਲਾ ਕੇ ਸਾਡੇ 40 ਤੋਂ 45 ਨੰਬਰ SST ਦੇ ਵਿੱਚੋਂ ਬਹੁਤ ਆਰਾਮ ਦੇ ਨਾਲ ਬਣ ਜਾਂਦੇ ਆ। ਤੇ ਜੇਕਰ SST 40 ਤੋਂ 45 ਟੱਪ ਗਈ ਤੇ ਸਾਡਾ ਜਿਹੜਾ ਵਾ SST ਜਿਹੜਾ ਸਾਡਾ PSTET ਦਾ ਪੇਪਰ ਆ ਉਹ 90 ਤੋਂ ਪਾਰ ਚੱਲ ਜਾਂਦਾ ਵਾ। ਇਹ ਚੀਜ਼ਾਂ ਮੈਂ ਬੜੀ ਵਾਰੀ ਕਹਿ ਚੁੱਕੀ ਆ ਕਿ ਜੇਕਰ ਜਿਹੜੇ SST ਪੰਜਾਬੀ ਵਾਲੇ ਬੱਚੇ ਆ, ਜੇਕਰ ਤੁਸੀਂ SST ਵਿਸ਼ੇ ਦੇ ਵਿੱਚੋਂ 40 ਤੋਂ 45 ਨੰਬਰ ਲੈ ਗਏ
ਤਾਂ ਤੁਸੀਂ ਪੀਐਸਟੈਟ ਦੇ ਵਿੱਚੋਂ 90 ਤੋਂ ਪਾਰ ਡਿੱਗ ਜਾਂਦੇ ਹੋ ਤੇ ਬਹੁਤ ਵਧੀਆ ਤੁਹਾਡਾ ਪੇਪਰ ਕੁਆਲੀਫਾਈ ਹੋ ਸਕਦਾ ਵਾ। ਸੋ ਐਸਐਸਟੀ ਤੇ ਧਿਆਨ ਦਿਓ ਜਿਹੜੇ ਬੱਚੇ ਐਸਐਸਟੀ ਪੰਜਾਬੀ ਕੰਬੀਨੇਸ਼ਨ ਵਾਲੇ ਆ। ਤੇ ਬਾਕੀ ਪੰਜਾਬੀ ਵੀ ਮੇਰੇ ਚੈਨਲ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਚੱਲ ਰਹੀ ਹੈ। ਪੰਜਾਬੀ ਦਾ ਪੀਵਾਈਕਿਊ ਚੱਲਦਾ ਪਿਆ ਵਾ। ਬਾਕੀ ਟ੍ਰਿਪਲ ਏ ਬੁੱਕ ਬਾਰੇ ਕੁਝ ਉਹਦੀਆਂ ਖਾਸੀਅਤ ਕੀ ਸੀ ਟ੍ਰਿਪਲ ਏ ਬੁੱਕ ਦੀ, ਉਹਦੇ ਬਾਰੇ ਦੱਸਿਆ ਵਾ। ਠੀਕ ਆ, ਟ੍ਰਿਪਲ ਏ ਬੁੱਕ ਦੇ ਕਾਫੀ ਚੈਪਟਰ ਮੈਂ ਕਰਵਾਏ ਆ, ਕੁਝ ਕੁ ਚੈਪਟਰ ਅਜੇ ਬਾਕੀ ਰਹਿੰਦੇ ਕਿਉਂਕਿ ਮੈਂ ਪੀਵਾਈਕਿਊ ਕਰਾਉਣ ਲੱਗ ਗਈ ਹਨਾ। ਤੇ ਆਪਾਂ ਮਤਲਬ ਮੈਂ ਸੋਚ ਰਹੀ ਕਿ ਜਿਹੜੇ ਟ੍ਰਿਪਲ ਏ ਬੁੱਕ ਦੇ ਪੰਜਾਬੀ ਜਿਹੜੇ ਕੁਝ ਚੈਪਟਰ ਰਹਿੰਦੇ ਆ, ਕੁਝ ਨਾ 1-2 ਦਿਨਾਂ ਦੇ ਵਿੱਚ ਮੈਰਾਥਨ ਕਲਾਸਾਂ ਲਾ ਕੇ ਤੇ ਆਪਾਂ ਬੁੱਕ ਜਿਹੜੀ ਆ ਕੰਪਲੀਟ ਕਰ ਦੇਣੀ। ਇਹਦੇ ਨਾਲ ਆਪਣੀ ਪੰਜਾਬੀ ਦੀ ਵਧੀਆ ਤਿਆਰੀ ਹੋ ਜੂਗੀ। ਠੀਕ ਆ, ਤੇ ਹਿਸਟਰੀ ਵੀ ਜਿਹੜੀ ਆ ਐਨਸੀਈਆਰਟੀ ਦੇ ਅਕੋਰਡਿੰਗ ਆਪਾਂ ਜਲਦੀ ਸ਼ੁਰੂ ਕਰਨੀ ਆ, ਚੱਲ ਰਹੀ ਆ। ਮਤਲਬ ਮਾਡਰਨ ਹਿਸਟਰੀ ਜਲਦੀ ਸ਼ੁਰੂ ਕਰਨੀ, ਪਤਾ ਕਿਉਂ? ਕਿਉਂਕਿ 7ਵੀਂ ਕਲਾਸ ਦੀ ਐਨਸੀਈਆਰਟੀ ਚੱਲਦੀ ਪਈ ਜਿਹਦੇ ਵਿੱਚ ਸਾਡੀ ਮੈਡੀਵਲ ਹਿਸਟਰੀ ਆਉਂਦੀ ਆ ਤੇ ਉਹ ਲਗਭਗ ਖਤਮ ਹੋਣ ਵਾਲੀ ਆ। 3 ਚੈਪਟਰ ਬਾਕੀ ਰਹਿੰਦੇ ਆ ਤੇ ਉਹ ਜਲਦੀ ਖਤਮ ਹੋ ਜਾਣਗੇ ਤੇ ਉਸ ਤੋਂ ਬਾਅਦ ਐਨਸੀਈਆਰਟੀ ਦੇ ਅਕੋਰਡਿੰਗ ਮਾਡਰਨ ਹਿਸਟਰੀ ਜਿਹੜੀ ਆ ਸਟਾਰਟ ਹੋਊਗੀ। ਸੋ ਮੇਰੇ ਚੈਨਲ ਤੇ ਜਿਹੜੀ ਆ ਪੀਐਸਟੈਟ, ਚਾਹੇ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ, ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਆ ਮਤਲਬ ਕੋਈ ਫੀਸ ਨਹੀਂ ਗੀ ਇੱਧਰੋਂ ਉੱਧਰੋਂ। ਮਤਲਬ ਤੁਸੀਂ ਜਿਵੇਂ ਜਿਹੜੀ ਥਿਊਰੀ ਲੈਣ ਲਈ ਤੁਸੀਂ ਪੇਡ ਬੈਚ ਲੈਂਦੇ ਹੋ, ਅਕੈਡਮੀਆਂ ਜੁਆਇਨ ਕਰਦੇ ਹੋ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ। ਮੇਰੇ ਚੈਨਲ ਤੋਂ ਤੁਸੀਂ ਜੇਕਰ ਤੁਸੀਂ ਨੋ ਡਾਊਟ, ਮੈਂ ਇਹ ਨਹੀਂ ਕਹਿੰਦੀ ਵੀ ਬੈਚ ਨਾ ਲਓ ਹਨਾ, ਮਤਲਬ ਤੁਹਾਡੀ ਚੋਇਸ ਆ। ਜੇਕਰ ਤੁਸੀਂ ਕਿਸੇ ਅਕੈਡਮੀ ਤੋਂ ਕੋਚਿੰਗ ਲੈ ਰਹੇ ਹੋ ਹਨਾ, ਉਹਨਾਂ ਦੀਆਂ ਐਪ ਤੇ ਕਲਾਸਾਂ ਲਾ ਰਹੇ ਹੋ, ਲਗਾਓ, ਮੈਂ ਮਨਾ ਨਹੀਂ ਕਰਦੀ। ਪਰ ਕਿਤੇ ਨਾ ਕਿਤੇ ਮੇਰੀਆਂ ਕਲਾਸਾਂ ਵੀ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਨਗੀਆਂ। ਠੀਕ ਆ, ਤੇ ਕਲਾਸ ਨੂੰ ਜਿਹੜਾ ਵਾ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਬਾਕੀ ਬੱਚਿਆਂ ਨੂੰ ਵੀ ਜਿਹੜਾ ਵਾ ਇਸ ਚੀਜ਼ ਦਾ ਫਾਇਦਾ ਜਿਹੜਾ ਵਾ ਮਿਲ ਸਕੇ। ਸੋ ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਲਿੰਕ ਤੋਂ ਤੁਸੀਂ ਬਹੁਤ ਕਨਫਿਊਜ਼ ਹੁੰਦੇ ਹੋ, ਮੇਰੀ ਹਰ ਇੱਕ ਵੀਡੀਓ ਦੇ ਵਿੱਚ ਜਿਹੜਾ ਵਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੁੰਦਾ ਮੇਰੇ ਟੈਲੀਗ੍ਰਾਮ ਚੈਨਲ ਦਾ, ਉੱਥੇ ਜਾ ਕੇ ਤੁਸੀਂ ਸਿੱਧਾ ਹੀ ਮੇਰੇ ਚੈਨਲ ਤੇ ਜਿਹੜਾ ਵਾ ਜੁਆਇਨ ਹੋ ਜਾਓਗੇ ਟੈਲੀਗ੍ਰਾਮ ਤੇ। ਕਿਉਂਕਿ ਉੱਥੇ ਜੋ ਵੀ ਮਟੀਰੀਅਲ ਮੈਂ ਆਪਣੀ ਕਲਾਸ ਦੇ ਵਿੱਚ ਕਰਵਾਉਣੀ ਆ, ਠੀਕ ਆ, ਤੇ ਉਹ ਜਿਹੜਾ ਵਾ ਉਹਦੀ PDF ਮੈਂ ਟੈਲੀਗ੍ਰਾਮ ਤੇ ਜ਼ਰੂਰ ਭੇਜ ਦਿੰਦੀ ਆ। ਸੋ ਕਾਫੀ ਗੱਲਾਂ ਹੋ ਗਈਆਂ, ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।